ਤੁਹਾਡੇ ਸਭ ਨਾਲ ਮੈਂ ਜੋ ਕੁਝ ਬੀਜੇਪੀ ਦੀ ਸਰਕਾਰ ਨੇ ਬਦਲਾਖੋਰੀ ਦੀ ਨੀਤੀ ਦੇ ਤਹਿਤ ਕੱਲ ਮੇਰੇ ਪਰਿਵਾਰ ਤੇ ਕਈ ਜਗ੍ਹਾ ਦੇ ਉੱਤੇ ਛਾਪੇ ਮਾਰੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਸਪੈਸ਼ਲ ਦਿੱਲੀ ਤੋਂ ਜਿਹੜੇ ਹੈੱਡ ਆਫਿਸ ਤੋਂ ਉਹਨਾਂ ਨੂੰ ਹਦਾਇਤਾਂ ਸੀਗੀਆਂ ਸਾਰੀ ਟੀਮਸ ਨੂੰ, ਉਹਦੇ ਬਾਰੇ ਥੋੜਾ ਜਿਹਾ ਮੈਂ ਤੁਹਾਡੇ ਨਾਲ ਜੋ ਤੱਥ ਨੇ ਉਹਦੇ ਬਾਰੇ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ। ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦਾ ਸ਼ੁਰੂਆਤ ਵਿੱਚ ਕਿ ਬਿਲਕੁਲ ਘਬਰਾਉਣਾ ਨਹੀਂਗਾ, ਮੇਰੀ ਸਿਹਤ ਤੇ ਕੋਈ ਅਸਰ ਨਹੀਂ। ਇਦਾਂ ਦੇ ਹਜ਼ਾਰਾਂ ਰੇਡ ਕਰਕੇ ਦੇਖ ਲੈਣ, ਅਗਰ ਉਹ ਸਮਝਦੇ ਨੇ ਬੀਜੇਪੀ ਦੀ ਸਰਕਾਰ ਕਿ ਇਸ ਤਰ੍ਹਾਂ ਕਿਸੇ ਨੂੰ ਧਮਕਾ ਕੇ ਜਾਂ ਈਡੀ ਦੇ ਰੇਡ ਕਰਕੇ ਜਾਂ ਸੀਬੀਆਈ ਦੇ ਰੇਡ ਕਰਕੇ ਸਾਡੀ ਜ਼ੁਬਾਨ ਬੰਦ ਕਰਾ ਲੈਣਗੇ, ਜੋ ਅਸੀਂ ਲੋਕਾਂ ਦੇ ਹਕੂਕ ਲਈ ਬੋਲਦੇ ਆ ਜਾਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਬੋਲੇ ਆ ਜਾਂ ਨਵਰੀਤ ਸਿੰਘ ਦੇ ਹੋਏ ਕਤਲ ਦੇ ਮੁਤਲਕ ਬੋਲੇ ਆ ਜਾਂ ਜੋ ਤਸ਼ੱਦਦ ਢਾਇਆ ਗਿਆ ਸਾਡੇ ਪੰਜਾਬ ਦੇ ਨੌਜਵਾਨ ਤਬਕੇ ਦੇ ਉੱਤੇ, ਚਾਹੇ ਉਹ ਨੋਦੀਪ ਕੌਰ ਸੀ ਤੇ ਚਾਹੇ ਉਹ ਸ਼ਿਵ ਕੁਮਾਰ ਸੀ ਤੇ ਚਾਹੇ ਉਹ ਲੱਖੇ ਸਿਧਾਣੇ ਦੇ ਖਿਲਾਫ ਮੁਕੱਦਮਾ ਵਾ ਤੇ ਚਾਹੇ ਉਹ ਦੀਪ ਸਿੱਧੂ ਨੂੰ ਫੜ ਕੇ ਅੰਦਰ ਦਿੱਤਾ, ਚਾਹੇ ਉਹ ਰਣਜੀਤ ਸਿੰਘ ਨੂੰ ਕਿਸ ਤਰ੍ਹਾਂ ਨਾਲ ਲੰਗਰ ਚੋਂ ਚੱਕ ਕੇ ਬੀਜੇਪੀ ਦੇ ਤੇ ਆਰਐਸਐਸ ਦੇ ਪੇਡ ਬਦਮਾਸ਼ਾਂ ਨੇ ਉਸ ਨੂੰ ਟੌਰਚਰ ਕੀਤਾ, ਕੁੱਟਿਆ, ਪੁਲਿਸ ਵਾਲੇ ਨੇ ਉਹਦੇ ਮੂੰਹ ਦੇ ਉਹਦੀ ਪੱਗ ਤੇ ਉਹਦੀ ਦਾੜੀ ਦੇ ਉੱਤੇ ਪੈਰ ਰੱਖ ਕੇ ਉਸ ਨੂੰ ਮਿੱਧਣ ਦੀ ਕੋਸ਼ਿਸ਼ ਕੀਤੀ, ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਜਾਰਜ ਫਲੋਇਡ ਇੱਕ ਕਾਲੇ ਨਾਗਰਿਕ ਦੇ ਨਾਲ ਉੱਥੋਂ ਦੇ ਇੱਕ ਗੋਰੇ ਪੁਲਿਸ ਵਾਲੇ ਨੇ ਕੀਤਾ। ਜਿਹੜਾ ਕੈਂਪੇਨ ਆਫ ਹਿਊਮਨ ਰਾਈਟਸ, ਜਿਹੜਾ ਮਾਈ ਵੌਇਸ ਅਗੇਂਸਟ ਅਟਰੋਸਿਟੀਜ਼, ਅਗੇਂਸਟ ਪੁਲਿਸ ਬਰੂਟੈਲਿਟੀ, ਅਗੇਂਸਟ ਟੌਰਚਰ, ਅਗੇਂਸਟ ਵਾਇਲੇਸ਼ਨ ਆਫ ਹਿਊਮਨ ਰਾਈਟਸ ਇਨ ਦਿਸ ਕੰਟਰੀ, ਇਹ ਬੰਦ ਨਹੀਂ ਹੋਵੇਗੀ, ਬਿਲਕੁਲ ਬੰਦ ਨਹੀਂ ਹੋਵੇਗੀ। ਔਰ ਇਦਾਂ ਦੇ ਈਡੀ ਦੇ ਨੋਟਿਸਸ ਉਹਨਾਂ ਨੇ ਕਈ ਐਕਟਰਸ ਤਾਪਸੀ ਪੰਨੂ ਜਾਂ ਅਨੁਰਾਗ ਕਸ਼ਯਪ, ਦਲਜੀਤ ਦੋਸਾਂਝ, ਬਹੁਤ ਸਾਰੇ ਪੰਜਾਬ ਦੇ ਹੋਰ ਹੋਣਹਾਰ ਆਰਟਿਸਟ, ਲੋਕਾਂ ਨੂੰ ਈਡੀ ਦੇ ਬਹੁਤ ਸਾਰੇ ਨੋਟਿਸਸ, ਇਨਕਮ ਟੈਕਸ ਦੀਆਂ ਰੇਡਸ ਹੋਈਆਂ ਹੋਣਗੀਆਂ। ਪਰ ਜਿਹੜਾ ਕੱਲ ਉਹਨਾਂ ਨੇ ਆਣ ਕੇ ਮੇਰੇ ਹਕੂਕ ਦੇ ਉੱਤੇ ਡਾਕਾ ਮਾਰਿਆ, ਕਿਉਂਕਿ ਇੱਕ ਪਾਸੇ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀ ਤੇ ਜਦੋਂ ਸਵੇਰੇ ਟੀਮ ਆਈ ਹੈ ਮੈਂ ਉਹਨਾਂ ਨੂੰ ਕਿਹਾ ਮੈਂ ਮੈਂਬਰ ਆ, ਮੈਂ ਫਾਰਮਰ ਲੀਡਰ ਆਫ ਆਪੋਜੀਸ਼ਨ ਹੈ ਤੇ ਮੈਂ ਆਪਣਾ ਵਿਧਾਨ ਸਭਾ ਦਾ ਸੈਸ਼ਨ ਅਟੈਂਡ ਕਰਨਾ, ਤਾਂ ਤੁਸੀਂ ਮੇਰੀ ਪ੍ਰੈਮਿਸਿਸ, ਮੇਰੀ ਕੋਠੀ ਨੂੰ, ਮੇਰੇ ਘਰ ਨੂੰ ਜਿੰਨਾ ਮਰਜ਼ੀ ਸਰਚ ਕਰੋ, ਜੀ ਸੱਦ ਕੇ ਸਰਚ ਕਰੋ, ਕਿਉਂਕਿ ਮੈਂ ਤਾਂ ਕਦੀ ਕੋਈ ਮਨੀ ਲਾਂਡਰਿੰਗ, ਡਰੱਗ ਮਨੀ, ਇਹਦੇ ਨਾਲ ਕੋਈ ਦੂਰ ਦਾ ਸਰੋਕਾਰ ਵੀ ਨਹੀਂਗਾ। ਪਰ ਉਹ ਟੀਮ, ਉਹਨਾਂ ਨੂੰ ਦਿੱਲੀੋਂ ਦੁਬਾਰਾ ਹਦਾਇਤਾਂ ਆ ਰਹੀਆਂ ਸੀ, ਟੈਲੀਫੋਨ ਜਾ ਕੇ ਸੁਣਦੇ ਸੀ ਬਾਹਰ, ਉਹਨਾਂ ਨੇ ਸਾਡੇ ਕੋਲੋਂ ਮੇਰੇ ਫੋਨਸ ਸਾਰੇ ਰਖਾਲੇ ਖੋਲੇ। ਮੈਂ ਕਿਹਾ ਘੱਟੋ ਘੱਟ ਮੈਨੂੰ ਸਪੀਕਰ ਵਿਧਾਨ ਸਭਾ ਨੂੰ ਤਾਂ ਇਨਫੋਰਮ ਕਰ ਲੈਂਦੇ, ਯੂ ਹੈਵ ਟੂ ਇਨਫੋਰਮ ਹਿਮ ਕਿ ਵਿਧਾਨ ਸਭਾ ਸੈਸ਼ਨ ਵਿੱਚ ਹੈ ਤੇ ਤੁਸੀਂ ਮੈਨੂੰ ਇੱਥੇ ਵਿਦਆਊਟ ਐਨੀ ਕੋਈ ਇਸ ਤਰ੍ਹਾਂ ਦੇ ਵਾਰੰਟ ਕਿ ਮੈਨੂੰ ਤੁਸੀਂ ਡਿਟੇਨ ਕਰ ਰਹੇ ਹੋ, ਤੁਸੀਂ ਸਰਚ ਦੇ ਵਾਰੰਟਸ ਲੈ ਕੇ ਆਓ, ਸਰਚ ਕਰ ਲਓ। ਪਰ ਉਹਨਾਂ ਨੇ ਮੈਨੂੰ ਵਿਧਾਨ ਸਭਾ ਵਿੱਚ ਨਹੀਂ ਜਾਣ ਦਿੱਤਾ। ਖੈਰ, ਜੋ ਵਿਧਾਨ ਸਭਾ ਦੇ ਵਿੱਚ ਕੱਲ ਮੇਰੀ ਗੈਰ ਹਾਜ਼ਰੀ ਵਿੱਚ ਤੇ ਅੱਜ ਵਿਧਾਨ ਸਭਾ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ, ਮੈਂ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਬਹੁਤ ਨਿੰਦਾ ਪ੍ਰਸਤਾਵ ਪੰਜਾਬ ਦੀ ਵਿਧਾਨ ਸਭਾ ਇਸ ਕੱਲ ਦੇ ਈਡੀ ਦੇ ਰੇਡ ਨੂੰ ਲੈ ਕੇ, ਬਦਲਾਖੋਰੀ ਦੀ ਰਾਜਨੀਤੀ ਨੂੰ ਲੈ ਕੇ ਉਹ ਆ ਰਹੇ ਨੇ। ਮੈਂ ਸਭ ਦਾ, ਮੈਂ ਹੁਣ ਨਾਮ ਨਹੀਂ ਲੈਣਾ ਚਾਹੁੰਦਾ, ਬਹੁਤ ਸਾਰੇ ਮੈਂਬਰਸ ਨੇ ਮੇਰੇ ਹੱਕ ਵਿੱਚ ਹਾਂ ਦਾ ਨਾਰਾ ਮਾਰਿਆ। ਅੱਜ ਨਵਜੋਤ ਸਿੰਘ ਸਿੱਧੂ ਨੇ ਔਰ ਪਾਰਲੀਮੈਂਟਰੀ ਅਫੇਅਰਸ ਮਿਨਿਸਟਰ ਬ੍ਰਹਮ ਮਹਿੰਦਰਾ ਜੀ ਨੇ ਤੇ ਸਪੀਕਰ ਜਿਹੜੇ ਰਾਣਾ ਕੇਪੀ ਸਿੰਘ ਆ, ਉਹਨਾਂ ਨੇ ਸਾਰਿਆਂ ਨੇ ਕੋਗਨੀਜੈਂਸ ਲੈ ਕੇ ਜਿਹੜਾ ਕੰਵਰ ਸੰਧੂ ਐਮਐਲਏ ਖਰੜ ਨੇ ਰੈਜ਼ੋਲੂਸ਼ਨ ਮੂਵ ਕੀਤਾ ਸੀਗਾ, ਉਹਦੇ ਤੇ ਉਹਨਾਂ ਨੇ ਬਹੁਤ ਠੋਸ ਗੱਲਾਂ ਹਾਊਸ ਦੇ ਵਿੱਚ ਔਨ ਰਿਕਾਰਡ ਲੈ ਕੇ, ਮੈਂ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦਾ। ਅਕਾਲੀ ਦਲ ਦੇ ਵੀ ਕੱਲ ਮੈਂਬਰਸ ਨੇ ਮੇਰੇ ਜਾਂ ਬਦਲਾਖੋਰੀ ਦੀ ਰਾਜਨੀਤੀ ਨੂੰ ਕੰਡੈਮ ਕੀਤਾ। ਇਸ ਤਰ੍ਹਾਂ ਪਰਮਿੰਦਰ ਸਿੰਘ ਢੀਂਡਸਾ ਡੈਮੋਕ੍ਰੈਟਿਕ ਅਕਾਲੀ ਦਲ, ਮੇਰੇ ਨਾਲ ਦੇ ਐਮਐਲਏਜ਼ ਪਿਰਮਲ ਸਿੰਘ ਖਾਲਸਾ ਤੇ ਜਗਦੇਵ ਸਿੰਘ ਕਮਾਲੂ ਤੇ ਕੰਵਰ ਸੰਧੂ ਕੱਲ ਸਾਰਾ ਦਿਨ ਇੱਥੇ ਧੁੱਪੇ ਬਾਹਰ ਗੇਟ ਦੇ ਮੋਹਰੇ ਖੜ ਕੇ ਉਹਨਾਂ ਨੇ ਬਹੁਤ ਮਦਦ ਸਾਡੇ ਹੱਕ ਵਿੱਚ ਆਵਾਜ਼ ਉਠਾਈ। ਇਸੇ ਤਰ੍ਹਾਂ ਹੀ ਕੁਝ ਟ੍ਰੈਜਰੀ ਬੈਂਚਸ ਵੱਲੋਂ, ਜਿੱਦਾਂ ਕੱਲ ਵੀ ਨਵਜੋਤ ਸਿੰਘ ਸਿੱਧੂ ਨੇ, ਸ਼ਾਇਦ ਮਿਸਟਰ ਚੰਨੀ ਨੇ ਜਿਹੜੇ ਸਾਡੇ ਟੈਕਨੀਕਲ ਐਜੂਕੇਸ਼ਨ ਮਿਨਿਸਟਰ, ਉਹਨਾਂ ਨੇ ਗੱਲ ਕੀਤੀ। ਅੱਜ ਮੈਂ ਸੁਣ ਰਿਹਾ ਸੀਗਾ ਰਵਨੀਤ ਬਿੱਟੂ ਨੇ ਵੀ ਇਹ ਕਿਹਾ ਵਾ ਕਿ ਬਹੁਤ ਇੱਕ ਗੰਦੀ ਰਾਜਨੀਤੀ ਦੇਸ਼ ਵਿੱਚ ਸ਼ੁਰੂ ਕੀਤੀ ਗਈ ਹੈ। ਦੋਸਤੋ, ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਇਲਜ਼ਾਮ ਮੇਰੇ ਤੇ ਲਾ ਰਹੇ ਨੇ, ਕਿਉਂਕਿ ਅਖਬਾਰਾਂ ਜਿਹੜੀਆਂ ਨੇ ਉਹ ਟਿਊਟਰਡ ਹੁੰਦੀਆਂ ਨੇ, ਅਖਬਾਰਾਂ ਨੇ, ਅੱਜ ਮੈਂ ਚੱਕੀਆਂ ਅਖਬਾਰਾਂ, ਸੋਸ਼ਲ ਮੀਡੀਆ ਤਾਂ ਬਹੁਤ ਇੰਡੀਪੈਂਡੈਂਟ ਹੈ, ਤੁਸੀਂ ਸਾਰੀ ਗੱਲ ਮੇਰੀ ਸੁਣ ਲਈ, ਦੇਖ ਲਈ। ਅਖਬਾਰਾਂ ਨੇ ਫਿਰ ਲਿਖਿਆ ਸੀਗਾ ਕਿ ਖਹਿਰਾਜ਼ ਹਾਊਸ ਰੇਡਡ ਫॉर ਮਨੀ ਲਾਂਡਰਿੰਗ, ਡਰੱਗ ਟ੍ਰੈਫਿਕਿੰਗ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਸਾਡਾ ਪਰਿਵਾਰ ਪਿਛਲੇ 50 ਸਾਲ ਤੋਂ ਪਬਲਿਕ ਲਾਈਫ 'ਚ, ਪਹਿਲਾਂ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹ ਪੰਜਾਬ ਦੀ ਰਾਜਨੀਤੀ 'ਚ ਰਹੇ, ਉਸ ਤੋਂ ਬਾਅਦ ਮੈਂ ਆਇਆ ਵਾਂ। 50 ਸਾਲਾਂ ਵਿੱਚ ਕੋਈ ਤਾਂ ਕੰਪਲੇਂਟ ਕਰਨ ਵਾਲਾ ਬੰਦਾ ਹੋਊਗਾ 3.25 ਕਰੋੜ ਆਬਾਦੀ 'ਚੋਂ ਕਿ ਇਹਨਾਂ ਨੇ ਸਾਡੇ ਕੋਲੋਂ ਕੋਈ ਠੱਗੀ ਠੋਰੀ ਬਾਰੀ ਕੋ, ਚਲੋ 50,000 ਦੀ ਕੰਪਲੇਂਟ ਕੋਈ ਕੱਢ ਕੇ ਦਿਖਾ ਦੇਣ 50 ਸਾਲਾਂ ਵਿੱਚ, ਕਿਸੇ ਤਰ੍ਹਾਂ ਦਾ ਕਰਪਸ਼ਨ ਦਾ ਕੋਈ ਸਕੈਂਡਲ, ਨਥਿੰਗ ਐਟ ਆਲ। ਜੋ ਕੁਝ ਸਰਕਾਰਾਂ ਕਰ ਰਹੀਆਂ ਨੇ, ਸਮੇਂ ਦੀਆਂ ਸਰਕਾਰਾਂ, ਉਹ ਕਿਉਂਕਿ ਮੈਂ ਲੋਕਾਂ ਦੇ ਹਕੂਕ ਦੀ ਗੱਲ ਕਰਦਾ, ਬੇਇਨਸਾਫੀ ਦੇ ਖਿਲਾਫ ਬੋਲਦਾ, ਸਰਕਾਰ ਦੇ ਖਿਲਾਫ ਬੋਲਦਾ, ਉਦੋਂ ਮੇਰੀ ਆਵਾਜ਼ ਬੰਦ ਕਰਾਉਣ ਦੇ ਮਨਸੂਬੇ ਬਣਾਉਂਦੀ ਹੈ। ਪਹਿਲਾਂ ਅਕਾਲੀ ਦਲ ਦੀ ਸਰਕਾਰ ਨੇ ਮੇਰੇ ਤੇ 6-7 ਪਰਚੇ ਦਰਜ ਕੀਤੇ,
वो वाहिगुरू की कृपा नाल सारे हाई कोर्ट ने सारे कुआश किए। हुण जदों पिछली करंट टैन्योर विच मैं राणा गुरजीत सिंह माइनिंग माफिया मिनिस्टर के खिलाफ स्कैंडल के खिलाफ आवाज़ उठाई, उन्होंने इस्तीफा देना पिया। उन्होंने मेरे ते नजला सुटते हुए सरकार ने मेरे ते ड्रग्स का एक बहुत बड़ा मामला क्रिएट किया, एब्सोल्यूटली फॉल्स फ्रिवलस, और वो फिर सुप्रीम कोर्ट ऑफ इंडिया ने उसको स्टे करती प्रोसीडिंग्स। हुण जब सुप्रीम कोर्ट दी प्रोसीडिंग्स किसी ड्रग मामले में स्टेट ने ये ईडी का रेड उस ही मामले दे विच दोबारा मेरे घरां दे विच मेरे पिंड छापामारी की, मेरे चंडीगढ़ घर विच की, मेरे सन इन लॉ दे दिल्ली दे रिहायश विच उन्होंने की, उस ही ड्रग्स मामले नूं कह रहे हैं इन्फोर्समेंट डायरैक्टरेट। मैनू नहीं कहा, अखबारां नूं फीड किया कि ड्रग्स के मामले में रेड किया, जबकि इसको सुप्रीम कोर्ट ऑफ इंडिया ने स्टे किया है। और मैं कहना चाहना वा कि ये जी ह्यूमन राइट्स वायलेशन हो रही है इस वक्त सारे देश व्यापक हो रही है, कभी मेरे ते नहीं। ठीक है, मेरे ते उन्होंने हरासमेंट की, सर्च किया, वो किया, अखबारां एक विलिफिकेशन ते कैरेक्टर असैसिनेशन कैंपेन चलाया, पर जिन्होंने लोगों को टॉर्चर किया, जिन्होंने नौदीप वर्गियां दे प्राइवेट पार्ट्स से हमला किया, जिन्होंने फड़ के जेलों में छोड़ दिता, मेरी हमदर्दी उन्होंने नाल भी, उन्होंने वास्ते मेरी आवाज़ हर वक्त उठती रहेगी। दूसरा मैं कहना चाहना कि पहला आप मनी लॉन्ड्रिंग की गल कर लीए। मनी लॉन्ड्रिंग मेरे सत्कारयोग वीरों ते भैनों की होंदी है? मनी लॉन्ड्रिंग इज जिहड़े लोग वड्डे कॉरपोरेट हाउसेज, अमीर आदमी, ताकतवर पोलिटिकल आदमी जिन्होंने राज सत्ता भोगी है, वो अपना काला धन विदेशों में की घुमाते हैं, उन्होंने ऑफशोर अकाउंट्स होंगे ने। बहुत सारे लोगों के स्विट्जरलैंड के बैंकों च अकाउंट है, कईयों के बहामास के जिहड़े करेबियन आइलैंड्स आ उत्थों दी ऑफशोर अकाउंट्स घुमा के पैसा उधरों दी घुमा के, या दुबई वगैरह जिथे कोई पुछगिछ नहीं करता, सैकड़े हज़ारां करोड़ों रुपए उन्होंने कहते हैं मनी लॉन्ड्रिंग। तो मेरे खिलाफ जी कल सीजर तो बाद जी रिपोर्ट बनाई, जो पंचनामा कहते हैं, वो की इल्जाम ला रहे हैं। मेरे घरों 2 डायरीज जिहड़ियां कि मेरी वाइफ ने मेनटेन कीतियां सी अपने बच्चों की शादी की, वो की डिटेल से कि खाने वालों कितना पैसा दिता, जिहड़े कोई डेकोरेशन वाले से उन्होंने कितना पैसा दिता, लाइट एंड साउंड वालों कितना पैसा दिता, वो सारियां डायरियां सीज करके ले गए हैं। और 2 शादियां मैं कीतियां, पहला अपनी बेटी की, फिर अपने बेटे की, और वो सारा पर्सनल रिकॉर्ड चक के। और तुसीं हैरान होवोगे, एक व्हाट्सएप मेरी बेटी ने मैनू या मैं भेजा अपनी बेटी को मैसेज सिमर दूँ कि मेरा एक MLA है पिरमल सिंह भदौड़, उन्हें 3 कैंसर पेशेंट्स की डिटेल मैनू फॉरवर्ड की, क्योंकि मेरी बेटी कह रही थी कि मैं भी कोई किसान अंदोलन में योगदान पाना चाहती हाँ। उन्होंने चलो जो दिल्ली पाया वो अलग है, पर कहती होर असीं मदद करना चाहते हैं। तो वो जो 3 कैंसर पेशेंट्स का रिकॉर्ड से व्हाट्सएप चैट सी, जिन्होंने परिवारों को उन्होंने 20-25 हज़ार रुपया उन्होंने अकाउंट्स में पाया, वो जी उन्होंने अकाउंट डिटेल्स उत्ते लिखा हुआ कैंसर पेशेंट अकाउंट डिटेल्स, वो भी व्हाट्सएप की चैट बना के मनी लॉन्ड्रिंग के पा के वो लैके गए हैं। कई पेजेस के उत्ते लिखा सीगा कि शादी के दौरान कि असी शगन में 25 डब्बे लड्डुआं दे लैके जाने ने, या काजू की बर्फी लैके जानी, या ड्राई फ्रूट लैके जाना, उसके फिर मेरे साइन कराए। इज दिस मनी लॉन्ड्रिंग? और मनी लॉन्ड्रिंग मैं कहना चाहना कि उस मैं परमात्मा वाहिगुरू तो डर के कहना, मैं सारी जिंदगी कभी कोई गलत काम नहीं किया। जे किया होंदा तो फिर मैं उन्होंने आवाज़ां सारे पंजाब च उठनियां चाहिए सी। सो पर्सनल मैं अपनी गल कहना चाहना, हालांकि ये फोरम नहीं गा, पर सिर्फ तुहानूं दस्सण वास्ते कि मनी लॉन्ड्रिंग की हुंदी है, तो मेरे ते की इल्जाम ला रहे हैं। मैं जो कुछ भी पिछले समय किया, सारा कुल मिला के जो अपने जिम्मेवारियां अदा कीतियां एज ए पेरेंट, मेरे ते इस वक्त ऑलमोस्ट कोई 2-2.5 करोड़ रुपए का कर्जा वा, जिहड़े बंदे ते कर्जा होना। और एक कर्जा ऑन रिकॉर्ड है, मेरिया एग्रीकल्चर जी लैंड है साड़ी, उन्होंने गिरवी रख के बैंकों तो एग्रीकल्चर लिमिट्स बनाई हुई सी, वह 10% ब्याज लगता हर साल। हम 2-2.5 करोड़ में 20-25 लाख रुपया ब्याज लगता, मेरे को कई बार ब्याज देने के पैसे नहीं होंगे, तो मैं अपने दोस्तों मित्रों को, रिश्तेदारों को, अपनी बेटी या अपने परिवार के मैंबर्स को वो पैसा फड़ के तो मैं वह इंटरस्ट भरदा। जे मेरे को इदा ही पैसा हो तो पहला तो मैं अपनी लिमिट्स भरा, मैं 20-25 लाख रुपया बैंक को क्यों अदा करा? इस करके उन्होंने कुछ नहीं मिला। और मेरे पिंड में बहुत सारिया सर्चेस, बहुत बेतुकियां गल्लां नूं मनी लॉन्ड्रिंग नाल जोड़ के एवें वो अपना डिटेल बना के ले गए। उन्होंने संग आउंदी सी कि हुण असीं की कहांगे कि असीं मनी लॉन्ड्रिंग के आधार उत्ते आए, तो लभ्या की हुण आ गई ड्रग्स की गल। ड्रग्स दे विच एक नवे पैसे का उन्होंने कोई रिकॉर्ड नहीं सी, एक नवे पैसे का। बट अखबारां लिखी जांदियां ने खैराज हाउस रेडेड फॉर मनी लॉन्ड्रिंग एंड ड्रग्स। मेरी उस मीडिया में मेरी हाथ जोड़ के बेनती कि
ਤੁਸੀਂ ਕਿਸੇ ਦਾ ਕੈਰੈਕਟਰ ਅਸੈਸੀਨੇਟ ਕਰਨ ਲੱਗੇ, ਕਲਮ ਨਾਲ ਲਿਖਣ ਲੱਗੇ 2 ਮਿੰਟ ਸੋਚਿਆ ਕਰੋ। ਅਗਰ ਇਹੀ ਇਲਜ਼ਾਮ ਤੁਹਾਡੇ ਤੇ ਲੱਗਦੇ ਹੋਣ ਤੇ ਹੋਣ ਬੇਬੁਨਿਆਦ, ਤੇ ਤੁਹਾਡੇ ਤੇ ਕੀ ਬੀਤਦੀ ਹੋਵੇਗੀ। ਇਸ ਲਈ ਮੇਰੇ ਵੀਰੋ ਭੈਣੋ, ਸਤਿਕਾਰਯੋਗ ਵਿਸ਼ਵ 'ਚ ਬੈਠੇ ਪੰਜਾਬ ਦੇ ਲੋਕਾਂ ਨੂੰ ਮੈਂ ਤੁਹਾਡੇ ਅੱਗੇ ਸਿਰ ਝੁਕਾਉਣਾ ਵਾ। ਤੁਸੀਂ ਸਭ ਨੇ ਮੇਰੀ ਬੜੀ ਮਦਦ ਕੀਤੀ, ਅੱਜ ਦੀ ਨਹੀਂ ਲਗਾਤਾਰ। ਜੇ ਤੁਸੀਂ ਸਾਥ ਨਾ ਦਿੰਦੇ ਹੁੰਦੇ ਤਾਂ ਹੁਣ ਤੱਕ ਤਾਂ ਮੈਨੂੰ ਮਧੋਲ ਕੇ ਰੱਖ ਦੇਣਾ, ਸਰਕਾਰਾਂ ਨੇ ਅੰਦਰ ਸੁੱਟ ਦੇਣਾ ਸੀਗਾ। ਪਰ ਪਿੱਛੇ ਕੀ ਕਹਿੰਦੇ ਹੁੰਦੇ ਆ, ਆਵਾਜ਼ੇ ਖਲਕਤ ਨਗਾਰਾ ਏ ਖੁਦਾ, ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼। ਤੁਹਾਡੀਆਂ ਅਰਦਾਸਾਂ ਇੰਨੀਆਂ ਕੰਮ ਆਈਆਂ ਕਿ ਮੈਂ ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਵਿੱਚ ਦੀ ਲੰਘ ਗਿਆ। ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਜਦੋਂ ਮੇਰੇ ਤੇ ਹਮਲਾ ਕੀਤਾ ਗਿਆ, ਆਹੀ ਇਲਜ਼ਾਮ ਡਰੱਗਸ, ਮਨੀ ਲਾਂਡਰਿੰਗ ਐਟਸੈਟਰਾ ਐਟਸੈਟਰਾ। ਪਰ ਉਹ ਤੁਹਾਡੇ ਅਰਦਾਸਾਂ ਦੇ ਕਰਕੇ ਸੁਪਰੀਮ ਕੋਰਟ ਆਫ ਇੰਡੀਆ ਨੇ ਉਸ ਨੂੰ ਸਟੇ ਕੀਤਾ। ਇਹਦੇ ਦੌਰਾਨ ਬੜੇ ਜੱਜਸ ਦੇ ਸਕੈਂਡਲ ਐਕਸਪੋਜ਼ ਕੀਤੇ। ਉਹਦੀ ਆਡੀਓ ਕਲਿੱਪ ਆਈ ਜਿਸ ਨੇ ਮੇਰੇ ਖਿਲਾਫ ਹਾਈ ਕੋਰਟ ਦਾ ਫੈਸਲਾ ਦਿੱਤਾ ਸੀਗਾ। ਉਹਦੀ ਆਡੀਓ ਕਲਿੱਪ ਕਿ 35 ਲੱਖ ਰੁਪਇਆ ਉਸਨੇ ਇੱਕ ਆਦਮੀ ਕੋਲੋਂ ਕੰਮ ਰਿਸ਼ਵਤਖੋਰੀ ਚ ਲਿਆ। ਸਰਕਾਰ ਨੇ ਉਹਨੂੰ ਕੁਝ ਨਹੀਂ ਕੀਤਾ, ਉਹਨੂੰ ਤੋਹਫਾ ਦਿੱਤਾ। ਉਹਨੂੰ ਬਾਅਦ ਵਿੱਚ ਐਜੂਕੇਸ਼ਨ ਟ੍ਰਿਬਿਊਨਲ ਦਾ ਉਹਨੂੰ ਮੈਂਬਰ ਬਣਾ ਦਿੱਤਾ ਵਾ, ਉਸੇ ਜੱਜ ਨੂੰ ਜਿਹਨੇ ਮੇਰੇ ਕੇਸ ਨੂੰ ਰਿਜੈਕਟ ਕਰਨ ਲਈ, ਡਿਸਮਿਸ ਕਰਨ ਲਈ ਪੈਸਾ ਲਿਆ ਸੀਗਾ। ਸੋ ਕੜੀ ਨਾਲ ਕੜੀ ਉਹ ਜੁੜ ਗਈ ਸੀ। ਇਸ ਕਰਕੇ ਮੈਂ ਇਹ ਪ੍ਰਣ ਕਰਦਾ ਵਾਂ ਕਿ ਇਹ ਜਿਹੜੀ ਆਵਾਜ਼ ਪਹਿਲਾਂ ਬੋਲਦੇ ਨੇ, ਚੱਕਦੇ ਰਹੇ ਨਵਰੀਤ ਦੇ ਹੱਕ ਵਿੱਚ, ਹਿਊਮਨ ਰਾਈਟ ਐਕਟਿਵਿਸਟ ਦੇ, ਇਹ ਹੋਰ ਤੇਜ਼ ਕਰਾਂਗੇ। ਔਰ ਮੈਂ 2 ਦਿਨ ਤੋਂ ਬਾਅਦ ਮੈਂ ਪ੍ਰੋਗਰਾਮ ਦੇਣਾ ਵਾ ਤੇ ਮੈਂ ਉਸੇ ਕਿਸਾਨ ਅੰਦੋਲਨ ਵਿੱਚ ਜਾਣਾ ਵਾ ਦੁਬਾਰਾ। ਜੇ ਬੀਜੇਪੀ ਜਾਂ ਸਰਕਾਰ ਇਹ ਸਮਝਦੀ ਆ ਕਿ ਤੁਸੀਂ ਇਦਾਂ ਦੀਆਂ ਗਿੱਦੜ ਭੁੱਕੀਆਂ ਦੇ ਨਾਲ ਪਰਚੇ ਦਰਜ ਕਰਕੇ ਸਾਡੇ ਰੇਡ ਮਾਰ ਕੇ ਤੁਸੀਂ ਇਸ ਗੱਲ ਤੋਂ ਸਾਨੂੰ ਪਿੱਛੇ ਹਟਾ ਦੋਗੇ, ਤੁਸੀਂ ਨਹੀਂ ਹੀ ਹਟਾ ਸਕਦੇ। ਜਾਨ ਤਾਂ ਸਭ ਨੇ ਇੱਕ ਦਿਨ ਦੇਣੀ ਆ ਉਸ ਪਰਮਾਤਮਾ ਵਾਹਿਗੁਰੂ ਨੂੰ, ਸਭ ਨੇ ਚਲੇ ਜਾਣਾ ਮੇਰੇ ਵੀਰੋ ਇੱਥੋਂ, ਕਿਸੇ ਨੇ ਨਹੀਂ ਰਹਿਣਾ ਪੱਕੇ ਤੌਰ ਤੇ। ਇਸ ਲਈ ਜਦੋਂ ਆਪਾਂ ਆਪਣੀ ਜ਼ਮੀਰ ਵੇਚ ਦਿੰਦੇ ਆ ਜਾਂ ਘਬਰਾ ਜਾਂਦੇ ਜਾਂ ਡਰ ਜਾਂਦੇ ਆ, ਫਿਰ ਅੰਦਰੋਂ ਆਦਮੀ ਅਲਟੀਮੇਟਲੀ ਇੱਕ ਉਹਦੀ ਕਾਇਰਾਂ ਵਾਲੀ ਮੌਤ ਹੋ ਜਾਂਦੀ ਆ। ਸੋ ਕਾਇਰਾਂ ਨਾਲੋਂ ਮਰਨ ਨਾਲੋਂ ਜੁਰਤ ਨਾਲ ਗੱਲ ਕਹਿ ਕੇ, ਆਪਣੀ ਪੂਰੀ ਗੱਲ ਪੱਖ ਰੱਖ ਕੇ, ਅਗਰ ਤੁਹਾਡਾ ਨੁਕਸਾਨ ਨਹੀਂ ਹੁੰਦਾ ਤਾਂ ਫਿਰ ਦੇਖੀ ਜਾਊਗੀ। ਮੈਨੂੰ ਕੋਈ ਜੇਲ੍ਹ ਜਾਣ ਤੋਂ ਵੀ ਡਰ ਨਹੀਂ। ਅਗਰ ਉਹਨਾਂ ਨੂੰ ਲੱਗਦਾ ਨਾ ਕਿ ਕੋਈ ਕਿਸੇ ਨੂੰ ਜੇਲ੍ਹ ਭੇਜ ਕੇ ਬਹੁਤ ਵੱਡਾ ਅਸੀਂ ਪ੍ਰਾਪਤ ਕਰ ਲਾਂਗੇ, ਡਜ਼ਨਟ ਅਫੈਕਟ ਮੀ। ਕਿਉਂਕਿ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਮੈਂ ਜਦੋਂ ਛੋਟਾ ਹੀ ਸੀਗਾ, ਐਮਰਜੈਂਸੀ ਵਿੱਚ ਉਹਨਾਂ ਨੇ ਪਹਿਲਾਂ 19 ਮਹੀਨੇ ਜੇਲ੍ਹ ਕੱਟੀ। ਮੈਂ ਛੋਟਾ ਜਿਹਾ ਸੀਗਾ ਜੋ ਉਹਨਾਂ ਨੂੰ ਫਿਰੋਜ਼ਪੁਰ ਜੇਲ੍ਹ ਵਿੱਚ ਮਿਲਣ ਜਾਂਦਾ ਸੀ। ਉਸ ਤੋਂ ਬਾਅਦ ਉਹਨਾਂ ਨੇ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਸੀ। ਉਸ ਵੇਲੇ ਇੱਕ ਕਾਲਾ ਕਾਨੂੰਨ ਸੀਗਾ ਕਿ 1 ਸਾਲ ਤੁਸੀਂ ਵਿਦਆਊਟ ਗਿਵਿੰਗ ਐਨੀ ਅਸਾਈਨਿੰਗ ਐਨੀ ਰੀਜ਼ਨ ਔਰ ਐਨੀ ਅਪੀਲ ਤੁਸੀਂ ਕਿਸੇ ਨੂੰ ਵੀ ਡਿਟੇਨ ਕਰ ਸਕਦੇ ਹੋ। ਉਹ ਨੈਸ਼ਨਲ ਸਿਕਿਉਰਿਟੀ ਐਕਟ ਵਿੱਚ ਮੇਰੇ ਪਿਤਾ ਜੀ ਨੇ ਕਿੱਥੇ ਕਿੱਥੇ ਜੇਲ੍ਹਾਂ ਕੱਟੀਆਂ ਨੇ। ਇੱਕ ਪੂਰਾ ਸਾਲ ਅਗਰਤਲਾ ਵਿੱਚ, ਤ੍ਰਿਪੁਰਾ 'ਚ ਕੱਟਿਆ, ਵੈਸਟ ਬੰਗਾਲ ਤੋਂ ਪਰੇ ਇੱਕ ਛੋਟੀ ਜਿਹੀ ਸਟੇਟ। ਉਸ ਤੋਂ ਬਾਅਦ ਕਿਉਂਝਰ ਇਨ ਉੜੀਸਾ, ਫਤਿਹਪੁਰ ਸਿਕਰੀ ਇਨ ਉੱਤਰ ਪ੍ਰਦੇਸ਼, ਹਜ਼ਾਰੀਬਾਗ ਇਨ ਬਿਹਾਰ, ਐਂਡ ਤਿਹਾੜ ਜੇਲ੍ਹ ਬਹੁਤ ਲੰਬਾ ਅਰਸਾ, ਅੰਬਾਲੇ ਦੀ ਜੇਲ੍ਹ, ਚੰਡੀਗੜ੍ਹ ਦੀ ਬੁੜੈਲ ਜੇਲ੍ਹ, ਜਲੰਧਰ ਦੀ ਜੇਲ੍ਹ, ਕਪੂਰਥਲੇ ਦੀ ਜੇਲ੍ਹ। ਸੋ ਇਹਨਾਂ ਨੂੰ ਲੱਗਦਾ ਕਿ ਇਦਾਂ ਉਹ ਡਰਾ ਲੈਣਗੇ ਸਾਨੂੰ, ਨੈਵਰ ਐਵਰ। ਸੋ ਬਸ ਤੁਹਾਨੂੰ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਮੇਰੀ ਆਵਾਜ਼ ਕਾਇਮ ਹੈ। ਔਰ ਤੁਹਾਡਾ ਸਾਰਿਆਂ ਦਾ ਮੈਂ ਸ਼ੁਕਰੀਆ ਅਦਾ ਕਰਨਾ। ਜਿਹੜੀ ਪੋਲੀਟੀਕਲ ਪਾਰਟੀਆਂ ਲੀਡਰਾਂ ਨੇ ਕੀਤਾ, ਮੈਂ ਕਿ ਸਭ ਦੇ ਨਾਮ ਨਹੀਂ ਲੈ ਸਕ ਰਿਹਾ, ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ। ਤੇ ਦੁਨੀਆ ਭਰ 'ਚ ਵਰਲਡ ਵਾਈਡ ਜਿਹੜਾ ਲੋਕਾਂ ਨੇ ਸਾਡੇ ਲਈ ਅਰਦਾਸ ਕੀਤੀ ਹੈ, ਉਹਨਾਂ ਸਭ ਦਾ ਮੈਂ ਸ਼ੁਕਰੀਆ ਅਦਾ ਕਰਦਾ ਔਰ ਧੰਨਵਾਦ ਕਰਦਾ। ਔਰ ਮੈਂ ਉਸ ਪਰਮਾਤਮਾ ਵਾਹਿਗੁਰੂ ਦੇ ਤੋਂ ਡਰ ਕੇ ਕਹਿਣਾ ਕਿ ਇਹਨਾਂ ਚੋਂ ਕੱਖ ਨਹੀਂ ਨਿਕਲੇਗਾ ਔਰ ਆਪਾਂ ਬਿਲਕੁਲ ਕਲੀਨ ਐਂਡ ਨੀਟ, ਜਿੱਦਾਂ ਪਹਿਲਾਂ ਜੋ ਕੁਝ ਆਪਣੇ ਤੇ ਹਮਲੇ ਕੀਤਾ, ਆਪਾਂ ਉਹਦੇ ਚੋਂ ਬੇਦਾਗ ਹੋ ਕੇ ਨਿਕਲਾਂਗੇ ਤੁਹਾਡੀਆਂ ਅਰਦਾਸਾਂ ਦੇ ਨਾਲ ਤੇ ਉਸ ਵਾਹਿਗੁਰੂ ਦੇ ਉਹਦੀ ਅਪਾਰ ਕਿਰਪਾ ਦੇ ਸਦਕਾ। ਸੋ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ ਹਾਂ। ਔਰ ਮੈਂ ਤੁਹਾਨੂੰ ਕਹੂੰਗਾ ਕਿ ਕਿਸੇ ਵੀ ਇਸ ਤਰ੍ਹਾਂ ਦੇ ਮਨਘੜਤ ਝੂਠੇ ਇਲਜ਼ਾਮਬਾਜ਼ੀ ਵਿੱਚ ਕੰਮ ਨਹੀਂ। ਕੁਝ ਲੋਕ ਬੜੇ ਸੜੇ ਜੇ ਨੇ ਫੇਸਬੁੱਕ ਤੇ, ਫਿਰ ਵੀ ਲਿਖੀ ਜਾਂਦੇ ਨੇ ਕਿ ਬੀਜੇਪੀ ਇਹਨੂੰ ਪਤਾ ਨਹੀਂ ਕੀ ਪਰਚਾ ਦਰਜ ਕਰਕੇ ਚਮਕਾ ਰਹੀ ਹੈ, ਹੀਰੋ ਬਣ ਰਹੀ ਹੈ। ਫੇਸਬੁੱਕ ਤੇ ਇਦਾਂ ਦੀਆਂ ਕਰਤੂਤ ਭੈੜੀਆਂ ਗੱਲਾਂ ਲਿਖ ਕੇ ਤੁਹਾਨੂੰ ਪਤਾ ਇਹਦਾ ਕੀ ਹਸ਼ਰ ਹੁੰਦਾ। ਤੁਹਾਡੇ ਤੇ ਕਦੀ ਪਰਚਾ ਦਰਜ ਹੋਇਆ ਵਾ? ਤੁਹਾਡੇ ਘਰ ਕਦੀ ਵਰਦੀ ਧਾਰਿਆਂ ਨੇ ਆਣ ਕੇ ਤੁਹਾਡੀਆਂ ਔਰਤਾਂ ਤੇ ਤੁਹਾਡੇ ਪਰਿਵਾਰ ਦੇ ਸਾਹਮਣੇ ਰੇਡ ਕੀਤਾ ਵਾ? ਕਦੀ ਜੇਲ੍ਹ ਜਾ ਕੇ ਦੇਖਿਆ ਵਾ? ਕਦੀ ਕਿਸੇ ਥਾਣੇ ਵਿੱਚ ਵੀ ਜਾ ਕੇ ਦੇਖਿਆ ਵਾ? ਫੇਸਬੁੱਕ ਤੇ ਤਾਂ ਲਿਖਣਾ ਬੜਾ ਸੌਖਾ ਕਿ ਫਲਾਣੇ ਨੇ ਆਹ ਕਰਤਾ ਜੀ, ਇਹ ਤਾਂ ਮੈਨੂੰ ਕੁਝ ਲੋਕ ਕਹਿੰਦੇ ਡਰੱਗ ਮਾਫੀਆ ਦਾ ਨਾਲ। ਜੇ ਡਰੱਗ ਮਾਫੀਆ ਨਾਲ ਰਹਿਣਾ, ਕੋਈ ਤਾਂ ਸਬੂਤ ਤਾਂ ਦਿਓ ਫਿਰ ਮੇਰੇ ਵੀਰੋ। ਦੇਅਰਫੋਰ ਇਹ ਤੋਂ ਜ਼ਿਆਦਾ ਮੈਂ ਉਹਨਾਂ ਬਾਰੇ ਵੀ ਨਹੀਂ ਕਹਿਣਾ ਚਾਹੁੰਦਾ। ਉਹਨੂੰ ਕਹਿਣਾ ਇਸ ਹੇਟ ਮੌਂਗਰਸ ਨੂੰ, ਟ੍ਰੋਲਰਸ ਨੂੰ, ਜਿਹੜੇ ਅੰਨੇ ਜਿਹੇ ਭਗਤ ਬਣੇ ਫਿਰਦੇ ਆ ਫਜ਼ੂਲ ਲੋਕਾਂ ਦੇ, ਜਿਨ੍ਹਾਂ ਦਾ ਪੰਜਾਬ ਨਾਲ ਕੋਈ ਸਰੋਕਾਰ ਨਹੀਂਗਾ। ਪਲੀਜ਼ ਸਟਾਪ ਰਾਈਟਿੰਗ ਬੈਡ ਲੈਂਗੁਏਜ। ਮੈਂ ਵੀ ਤੁਹਾਡੇ ਅਗਰ ਚਾਹਾਂ ਮੈਂ ਤੁਹਾਡੀ ਇਕੱਲੇ ਦੀ ਸਕਰੀਨਸ਼ਾਟ ਪੁਲਿਸ ਨੂੰ ਹੈਂਡ ਓਵਰ ਕਰ ਸਕਦਾ, ਤੁਹਾਡੇ ਕੇਸ ਰਜਿਸਟਰ ਕਰਾ ਸਕਦਾ, ਬਟ ਆਈ ਡੂ ਨਾਟ ਇੰਡਲਜ ਇਨ ਦਿਸ ਪੋਲਿਟਿਕਸ ਆਫ ਵਿਲੀਫਿਕੇਸ਼ਨ, ਵੈਂਡੇਟਾ, ਵਿੰਡਿਕਟਿਵਨੈਸ। ਇਸ ਕਰਕੇ ਮੈਂ ਜੋ ਆਪਣਾ ਕੰਮ ਹੈ ਉਹ ਕਰਦੇ ਰਹਿਣਾ। ਤੇ ਆਉਣ ਵਾਲੇ ਦਿਨਾਂ 'ਚ ਕਿਸਾਨ ਅੰਦੋਲਨ ਵਿੱਚ ਆਪਾਂ ਜਦੋਂ ਜਾਣਾ ਵਾ, ਤੁਹਾਨੂੰ ਸਭ ਨੂੰ ਕਾਲ ਦਊਂਗਾ ਜਿਹੜੇ ਤੁਸੀਂ ਸਮਝਦੇ ਹੋ ਕਿ ਹਾਂ ਆਪਾਂ ਇਸ ਅੰਦੋਲਨ ਨੂੰ ਵੀ ਮਜ਼ਬੂਤ ਕਰਨਾ, ਆਪਣੇ ਨੌਜਵਾਨਾਂ ਦੀ ਹਿਫਾਜ਼ਤ ਵੀ ਕਰਨੀ। ਤੁਸੀਂ ਸਾਰੇ ਮੇਰੇ ਨਾਲ ਵੀ ਚੱਲਣ ਦਾ ਕਿਰਪਾਲਤਾ ਕਰਨੀ। ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਸ਼ੁਕਰੀਆ ਅਦਾ ਕਰਦਾ
ਧੰਨਵਾਦ ਕਰਦਾ। ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।